इस प्रकार गुरु महाराज सच्चे पातशाह जी ने फिर आख्या भी ये चिट्ठी लियाओ मैनू दो। उन्हें आपदे खीसे च पाली। महा सिंह ने जदों चिट्ठी दिती है गुरु गोबिंद सिंह जी महाराज नूं 40 ਸਿੰਘਾਂ ਦੇ उत्ते हस्ताक्षर ने सिग्नेचर हन। चिट्ठी खीसे विच पाली सांभ लई, कारण जाणदे सी इहदी लोड़ पैणी। ਇਹ ਜਾਣਦੇ ਸੀ ਇਹਦੀ ਲੋੜ ਪਵੇਗੀ। ਜਦੋਂ ਖਿਦਰਾਣੇ ਦੀ ਢਾਬ ਤੇ ਜੰਗ ਹੋਈ ਆ, ਯੁੱਧ ਹੋਇਆ, ਜਿਹਨੂੰ ਮੁਕਤਸਰ ਦੀ ਜੰਗ ਵੀ ਕਿਹਾ ਜਾਂਦਾ ਹੈ, ਬਾਅਦ ਵਿੱਚ ਬਦਲ ਕੇ ਨਾਮ ਮੁਕਤਸਰ ਪਿਆ। ਇਹ 40 ਨੇ ਆ ਕੇ ਉੱਥੇ ਸਾਥ ਦਿੱਤਾ। ਗੁਰੂ ਮਹਾਰਾਜ ਤੋਂ ਕੀ ਮੰਗਿਆ? ਸਤਿਗੁਰ ਨੇ ਸਹਿਕਦੇ ਹੋਏ ਮਹਾ ਸਿੰਘ ਨੂੰ ਜਦੋਂ ਆਪਣੇ ਪੱਟ ਦੇ ਰੱਖਿਆ ਹੈ, ਸਹਾਰਾ ਦਿੱਤਾ। ਕਹਿੰਦੇ ਮਹਾ ਸਿੰਘ ਜੀ ਕੀ ਚਾਹੀਦਾ ਹੈ ਤੁਹਾਨੂੰ, ਮੰਗੋ। ਆਖਿਆ ਸੀ ਹੋਰ ਕੁਝ ਨਹੀਂ, ਉਹ ਚਿੱਠੀ ਜਿਹੜੀ ਅਸੀਂ ਲਿਖ ਕੇ ਦੇ ਆਏ ਸੀ ਜੀ ਤੇ ਇਹ ਬਚਨ ਲਿਖੇ ਨੇ, ਅਸੀਂ ਤੁਹਾਡੇ ਸਿੰਘ ਨਹੀਂ, ਤੁਸੀਂ ਸਾਡੇ ਗੁਰੂ ਨਹੀਂ, ਬਸ ਉਹ ਮੇਰੀਆਂ ਅੱਖਾਂ ਨੈਣਾਂ ਦੇ ਸਾਹਮਣੇ ਪਾੜ ਦਿਓ, ਹੋਰ ਨਹੀਂ ਮੈਨੂੰ ਕੁਝ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਖੀਸੇ ਵਿੱਚ ਹੀ ਰੱਖੀ ਹੋਈ ਸੀ। ਤੁਰੰਤ ਕੱਢ ਕੇ ਉਹਨਾਂ ਉਹਦੀਆਂ ਅੱਖਾਂ ਸਾਹਮਣੇ 2 ਟੋਟੇ ਕਰ ਦਿੱਤੇ, ਉਹਦੇ 2 ਹਿੱਸੇ ਕਰ ਦਿੱਤੇ, ਪਾੜ ਦਿੱਤਾ ਬੇਦਾਵਾ। ਆਖਿਆ ਸੀ ਮਹਾ ਸਿੰਘ ਤੁਸੀਂ ਮੁਕਤ ਹੋਏ ਹੋ, ਤੁਸੀਂ ਮੁਕਤ ਹੋਏ ਹੋ। ਤੇ ਉਹ ਜਗ੍ਹਾ ਦਾ ਸਥਾਨ ਦਾ ਨਾਮ ਫਿਰ ਖਿਦਰਾਣਾ ਬਦਲ ਕੇ ਤੇ ਮੁਕਤਸਰ ਪਿਆ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਬਹੁਤ ਔਖੀ ਗੱਲ ਕਹਿ ਰਹੇ ਨੇ ਗੁਰੂ ਅਮਰਦਾਸ ਜੀ, ਸੌਖਾ ਕੰਮ ਨਹੀਂ ਹੈਗਾ। ਜਿੰਨਾ ਕਹਿਣਾ ਸੌਖਾ ਲੱਗਦਾ, ਸੁਣਨਾ ਸੌਖਾ ਲੱਗਦਾ, ਕਮਾਉਣਾ ਬਹੁਤ ਔਖਾ ਹੈ। ਦੇਖੋ ਤੁਸੀਂ ਬਾਣੀ ਵੀ ਪੜ੍ਹ ਲਓਗੇ, ਕਥਾ ਵਿਚਾਰ ਵੀ ਹੋ ਜਾਂਦੀ ਆ, ਕਰ ਲੈਂਦੇ ਨੇ, ਕੀਰਤਨ ਵੀ ਹੋ ਜਾਂਦਾ। ਜਦੋਂ ਗੱਲ ਆਉਂਦੀ ਆ ਨਾ ਰਜਾ 'ਚ ਰਹਿਣ ਦੀ, ਉਦੋਂ ਰਿਹਾ ਨਹੀਂ ਜਾਂਦਾ। ਕਾਰਨ ਕੀ ਆ? ਕੀਤੀ ਹੋਈ ਸੇਵਾ, ਪੜ੍ਹੀ ਹੋਈ ਬਾਣੀ, ਕੀਤੀ ਹੋਈ ਕਥਾ ਜਾਂ ਸੁਣਿਆ ਹੋਇਆ ਜਸ, ਇਹ ਕਿਸੇ ਹੱਦ ਤੱਕ ਬੰਦਾ ਕਰ ਲੈਂਦਾ। ਪਰ ਜਦੋਂ ਗੱਲ ਰਜਾ ਵਿੱਚ ਰਹਿਣ ਦੀ ਆਉਂਦੀ ਆ, ਉਦੋਂ ਇਹ ਹੋ ਨਹੀਂ ਪਾਉਂਦੀ। ਕਾਰਨ ਕੀ ਆ? ਕਾਰਨ ਇਹ ਆ ਸੰਗਤ ਅਸੀਂ ਪੂਰੇ ਮਨ ਦੇ ਨਾਲ ਨਹੀਂ ਕਰਦੇ, ਅੱਧੇ ਮਨ ਦੇ ਨਾਲ ਕਰਦੇ ਹਾਂ। ਤੇ ਅੱਧੇ ਮਨ ਦੇ ਨਾਲ ਕੀਤੀ ਹੋਈ ਕੋਈ ਵੀ ਚੀਜ਼ ਆ ਤੁਹਾਨੂੰ ਸੰਪੂਰਨ ਨਹੀਂ ਬਣਾ ਸਕਦੀ। ਅੱਧੇ ਮਨ ਨਾਲ ਤੁਸੀਂ ਸੰਗੀਤ ਸਿੱਖੋਗੇ ਨਾ, ਤੁਸੀਂ ਪੂਰੇ ਮਾਹਰ ਨਹੀਂ ਹੋ ਪਾਵੋਗੇ। ਅੱਧੇ ਮਨ ਦੇ ਨਾਲ ਤੁਸੀਂ ਪੜ੍ਹਾਈ ਕਰੋਗੇ, ਪਾਸ ਤਾਂ ਹੋ ਜਾਓਗੇ 33, 34, 35% ਨੰਬਰ ਲੈ ਕੇ, ਪਰ ਉਹ ਜਿਹੜੀ ਉਚਾਈ ਹੁੰਦੀ ਆ ਫਿਲਾਸਫੀ ਵਾਲੀ, ਉਹ ਨਹੀਂ ਛੂਹ ਸਕੋਗੇ। ਬੱਦਾ ਚੱਟੀ ਜੀ ਹੋ ਜਾਵੇਗੀ। ਅੱਧੇ ਮਨ ਦੇ ਨਾਲ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋਗੇ ਨਾ, ਉਹ ਪੂਰਾ ਨਹੀਂ ਹੋਵੇਗਾ। ਤਾਂ ਅਸੀਂ ਰਜਾ 'ਚ ਨਹੀਂ ਰਹਿ ਪਾਉਂਦੇ। ਹੁੰਦੇ ਜੱਗ ਤੇ ਭਲੇ ਪੁਰਸ਼ ਵਿਰਲੇ, ਨਹੀਂ ਬੁਰਿਆਂ ਦੀ ਕਦੇ ਵੀ ਥੋੜ ਹੁੰਦੀ। ਜਦੋਂ ਕੋਈ ਉਹੋ ਜਿਹੀ ਘਟਨਾ ਘਰ ਦੇ ਵਿੱਚ ਵਾਪਰਦੀ ਆ, ਬੰਦਾ ਡੋਲ ਜਾਂਦਾ ਹੈ। ਜਦੋਂ ਹੀ ਕੋਈ ਉਹੋ ਜਿਹੀ ਘਟਨਾ ਵਾਪਰਦੀ ਹੈ ਘਰ ਦੇ ਵਿੱਚ, ਤੇ ਬੰਦਾ ਬਹੁਤ ਛੇਤੀ ਡੋਲਦਾ। ਵਪਾਰ 'ਚ ਘਾਟਾ, ਪਰਿਵਾਰ ਨੂੰ ਘਾਟਾ, ਬਹੁਤ ਛੇਤੀ ਨਹੀਂ ਅਸੀਂ ਡੋਲ ਜਾਂਦੇ। ਕਾਰਨ ਕੀ ਆ? ਰਜਾ 'ਚ ਨਹੀਂ ਅਸੀਂ ਰਹਿਣਾ ਨਹੀਂ ਆਉਂਦਾ, ਬੰਦਗੀ ਨਹੀਂ ਕਰਦੇ। ਬੰਦਗੀ ਕਰਦੇ ਹਾਂ, ਸੰਗਤ ਕਰਦੇ ਹਾਂ, ਮਨ ਨਹੀਂ ਸਾਡਾ ਹੁੰਦਾ। ਇੱਕ ਫਿਲਾਸਫਰ ਸੀ, ਉਹਦੇ ਕੋਲ ਕੋਈ ਗਿਆ ਚੱਲ ਕੇ, ਵੱਧ ਸਮਝੋਗੇ ਇਵੇਂ, ਕਹਿੰਦੇ ਜੀ ਇੰਨਾ ਪਾਠ ਪੂਜਾ ਹੋ ਰਿਹਾ, ਇੰਨੇ ਲੋਕ ਜਾ ਰਹੇ ਨੇ ਧਾਰਮਿਕ ਸਥਾਨਾਂ, ਮਸੀਤਾਂ, ਮਸਜਿਦਾਂ, ਗਿਰਜੇ ਘਰ, ਗੁਰਦੁਆਰੇ ਭਰੇ ਪਏ ਨੇ ਸਤਸੰਗੀਆਂ ਨਾਲ, ਪਾਪ ਇੰਨਾ ਕਿਉਂ ਵੱਧ ਰਿਹਾ? ਉਹਨਾਂ ਬੜਾ ਸੁੰਦਰ ਜਵਾਬ ਦਿੱਤਾ। ਕਹਿੰਦੇ ਜਦੋਂ ਮਾੜਾ ਕੰਮ ਕਰਨਾ ਹੁੰਦਾ, ਉਹ ਮਨ ਲਾ ਕੇ ਕਰਦੇ ਨੇ ਸਾਰੇ,
ਚੰਗਾ ਕੰਮ ਹੋ ਰਿਹਾ, ਇਹ ਨਹੀਂ ਕਿ ਹੋ ਨਹੀਂ ਰਿਹਾ, ਪਰ ਉਹ ਮਨ ਲਾ ਕੇ ਨਹੀਂ ਕਰਦੇ ਸਾਰੇ। ਕਿਸੇ ਨੂੰ ਗਾਲ ਕੱਢਣੀ ਆ, ਕਿਸੇ ਦੇ ਬਾਰੇ ਗਲਤ ਸ਼ਬਦ ਬੋਲਣੇ ਆ, ਨਿੰਦਿਆ ਕਰਨੀ ਆ, ਉਹ 'ਚ ਬੰਦੇ ਦਾ ਪੂਰਾ ਧਿਆਨ ਹੁੰਦਾ ਕਿਤੇ ਕੋਈ ਗੱਲ ਰਹਿ ਨਾ ਜਾਏ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਉਦੋਂ ਬਹੁਤ ਗੱਲਾਂ ਅਸੀਂ ਪੜ੍ਹ ਰਹੇ ਹੁੰਦੇ ਹਾਂ, ਪਾਠ ਕਰ ਰਹੇ ਹੁੰਦੇ ਹਾਂ, ਪਰ ਸਾਡਾ ਉਹ 'ਚ ਧਿਆਨ ਨਹੀਂ ਹੁੰਦਾ। ਮਨ ਕੁਝ ਕਹਿ ਰਿਹਾ ਹੁੰਦਾ, ਮੁੱਖ ਕੁਝ ਕਹਿ ਰਿਹਾ ਹੁੰਦਾ, ਸੁਰਤ ਕਿਤੇ ਹੁੰਦੀ ਆ, ਯਾਦਾਂ ਕਿਤੇ ਹੁੰਦੀਆਂ ਨੇ। ਇਹ ਚੀਜ਼ਾਂ ਤੁਹਾਨੂੰ ਕਦੇ ਵੀ ਬਦਲ ਨਹੀਂ ਪਾਉਣਗੀਆਂ। ਕਦਾ ਚਿੱਤ ਵੀ ਤੁਹਾਡਾ ਅੰਦਰ ਨਹੀਂ ਟਿਕਾ ਆਵੇਗਾ, ਨਾ ਬਦਲਾਵ ਆਵੇਗਾ। ਹੁੰਦੇ ਜੱਗ ਤੇ ਭਲੇ ਪੁਰਸ਼ ਵਿਰਲੇ, ਨਹੀਂ ਬੁਰਿਆਂ ਦੀ ਕਦੇ ਵੀ ਥੋੜ ਹੁੰਦੀ। ਘਰ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ, ਵਿਜੋਗ ਹੋ ਜਾਂਦੇ ਨੇ, ਤੂੰ ਵੀ ਉਸੇ ਹੀ ਪੁਰਸ਼ ਨੂੰ ਖੋਹ ਲੈਣਾ ਜਿਹਦੀ ਲੋਕਾਂ ਨੂੰ ਜੱਗ ਤੇ ਲੋੜ ਹੁੰਦੀ। ਸਾਨੂੰ ਪੁੱਛ ਰੱਬਾ ਬੰਦਾ ਕਿਉਂ ਰੋਂਦਾ, ਨਾਤਾ ਟੁੱਟਿਆ ਜਦੋਂ ਤੂੰ ਜੋੜਦਾ ਨਹੀਂ। ਦਿਲ ਤਾਂਹੀਓ ਬੈਰਾਗ ਨਾਲ ਭਰ ਜਾਂਦਾ, ਜਿਹਨੂੰ ਲੈ ਜਾਣਾ ਉਹਨੂੰ ਮੋੜਦਾ ਨਹੀਂ। ਉਂਝ ਵਿਛੜੇ ਦਾ ਦੁੱਖ ਘੱਟ ਹੁੰਦਾ, ਜਿਹੜਾ ਵਰੀ ਛਮਾਹੀ ਨੂੰ ਆ ਜਾਂਦਾ। ਵਿਛੜ ਗਿਆ ਜੋ ਸਦਾ ਦੇ ਵਾਸਤੇ ਹੀ, ਉਹਦਾ ਗਮ ਇੱਕ ਰੋਗ ਹੈ ਲਾ ਜਾਂਦਾ। ਕਾਰੋਬਾਰ ਇਕਬਾਲ ਨਾ ਛੱਡ ਹੁੰਦੇ, ਹੌਲਾ ਕੱਖਾਂ ਤੋਂ ਬਣੇ ਤਾਂ ਕੀ ਬਣਦਾ। ਤੇਰਾ ਭਾਣਾ ਤਾਂ ਮੰਨਣਾ ਸਦਾ ਪੈਂਦਾ, ਰੋਈ ਜਾਵਾਂਗੇ ਰੋਏ ਤੋਂ ਕੀ ਬਣਦਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਤੇਰਾ ਭਾਣਾ ਤਾਂ ਮੰਨਣਾ ਸਦਾ ਪੈਂਦਾ, ਰੋਈ ਜਾਵਾਂਗੇ ਰੋਏ ਤੋਂ ਕੀ ਬਣਦਾ ਹੈ। ਦਰਅਸਲ ਅਸਲ ਬੰਦਗੀ ਆ ਨਾ ਭਾਣਾ ਮੰਨਣਾ। ਬਾਕੀ ਚੀਜ਼ਾਂ ਤਾਂ ਇੱਕ ਪੁਲ ਨੇ ਜਿਹੜੀਆਂ ਤੁਹਾਨੂੰ ਭਾਣਾ ਮੰਨਣ ਤੱਕ ਪਹੁੰਚਾਉਂਦੀਆਂ ਨੇ। ਕਈ ਦਫਾ ਅਸੀਂ ਅੱਧਾ ਪੁਲ ਹੀ ਤੁਰਦੇ ਹਾਂ ਤੇ ਖੜ ਜਾਂਦੇ ਹਾਂ। ਕਈ ਤਾਂ ਇੱਕ ਟੰਬਾ ਹੀ ਚੜ੍ਹਦੇ ਨੇ ਪੌੜੀ ਦਾ ਤੇ ਖੜ ਜਾਂਦੇ ਨੇ। ਇਸ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਬੰਦੇ ਨੇ। ਤਾਂ ਗੁਰੂ ਮਹਾਰਾਜ ਦਰਅਸਲ ਇਹ ਸਾਨੂੰ ਸਮਝਾਉਂਦੇ ਰਹਿੰਦੇ ਨੇ ਕਿ ਅਸੀਂ ਅੱਧੇ ਮਨ ਦੇ ਨਾਲ ਸੰਗਤ ਕਰਦੇ ਹਾਂ, ਅੱਧੇ ਮਨ ਦੇ ਨਾਲ ਅਸੀਂ ਬੰਦਗੀ ਕਰਦੇ ਹਾਂ, ਅੱਧੇ ਮਨ ਦੇ ਨਾਲ ਅਸੀਂ ਸੇਵਾ ਕਰਦੇ ਹਾਂ। ਪੂਰੇ ਮਨ ਨਾਲ ਅਸੀਂ ਗਾਲਾਂ ਕੱਢਦੇ ਹਾਂ, ਪੂਰੇ ਮਨ ਨਾਲ ਅਸੀਂ ਨਿੰਦਿਆ ਕਰਦੇ ਹਾਂ, ਪੂਰੇ ਮਨ ਦੇ ਨਾਲ ਅਸੀਂ ਦੂਜੇ ਦੇ ਚਰਿੱਤਰ ਦਾ ਪੋਸਟਮਾਰਟਮ ਕਰਦੇ ਹਾਂ। ਪੂਰੇ ਮਨ ਦੇ ਨਾਲ ਅਸੀਂ ਬੁਰੇ ਕਰਮ ਕਰਦੇ ਹਾਂ। ਪੰਕਤੀ ਵੀ ਆਉਂਦੀ ਹੈ ਇਹ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਬੁਰੇ ਕਾਮ ਕੋ, ਮਾੜਾ ਕੰਮ ਕਰਨ ਲੱਗਾ ਬੰਦਾ ਝੱਟ ਖੜਾ ਹੋ ਜਾਂਦਾ, ਤਿਆਰ ਹੀ ਬੈਠਾ। ਨਾਮ ਕੀ ਵੇਲਾ, ਚੰਗੇ ਕੰਮ ਨੂੰ, ਨਾਮ ਜਪਣ ਨੂੰ ਉਹਨੂੰ ਨੀਂਦ ਆਉਣ ਲੱਗ ਜਾਂਦੀ ਹੈ। ਬੰਦਾ ਉਹੀ ਆ, ਇਨਸਾਨ ਉਹੀ ਆ। ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਪਛੋਤਾਵੇ। ਇਸ ਪ੍ਰਕਾਰ ਬਿਨਾਂ ਸਤਿਗੁਰ ਤੋਂ ਕਦੇ ਵੀ ਕਿਸੇ ਨੇ ਸੁੱਖ ਨਹੀਂ ਪਾਇਆ, ਹਮੇਸ਼ਾ ਹੀ ਪਛਤਾਵੇ ਉਹਦੇ ਪੱਲੇ ਰਹੇ ਨੇ। ਸਤਿਗੁਰ ਦੀ ਸੰਗਤ ਤੋਂ ਬਿਨਾਂ ਕੋਈ ਅਮੀਰ ਤਾਂ ਹੋ ਹੈਗਾ ਤੇ ਬਹੁਤ ਅਮੀਰ ਨੇ, ਨਾਸਤਿਕ ਬੰਦੇ ਬਹੁਤ ਅਮੀਰ ਵੀ ਨੇ, ਜਿਹੜੇ ਪ੍ਰਮਾਤਮਾ ਨੂੰ ਮੰਨਦੇ ਨਹੀਂ। ਉਹਨਾਂ ਪਾਸ ਬਹੁਤ ਪੈਸਾ ਹੈ। ਕਈ ਐਸੇ ਨਾਸਤਿਕ ਨੇ। ਗੱਲ ਮਹਾਰਾਜ ਉਹ ਨਹੀਂ ਕਹਿ ਰਹੇ, ਗੱਲ ਉਹ ਅੰਦਰ ਦੇ ਸਕੂਨ ਦੀ, ਸਬਰ ਦੀ, ਅੰਦਰ ਦੀ ਦੌਲਤ ਦੀ ਕਹਿ ਰਹੇ ਨੇ। ਹਰ ਕੇ ਦਾਸ ਸੁਹੇਲੇ ਭਾਈ, ਪਰ ਹਰੀ ਦੇ ਜਿਹੜੇ ਦਾਸ ਨੇ ਉਹ ਸਹਿਜ ਅਵਸਥਾ 'ਚ ਨੇ। ਉਹਨਾਂ ਦੇ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ, ਆਪੇ ਮੇਲ ਮਲਾਈ। ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਕੱਟੇ ਗਏ ਨੇ। ਵਾਹਿਗੁਰੂ ਜੀ ਨੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮੇਲ ਲਿਆ ਹੈ। ਇਹ ਕਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸੰਸਾਰਾ। ਬਿਨ ਗੁਰ ਬੰਧਨ ਟੂਟੇ ਨਾਹੀ, ਗੁਰਮੁਖ ਮੋਖ ਦੁਆਰਾ। ਇਹ ਜੋ ਸਭ ਆਪਾਂ ਦੇਖਦੇ ਹਾਂ, ਇੱਕ ਭਰਮ ਨੇ ਸਾਡੇ,
ਇਹ ਵੀ ਇੱਕ ਭਰਮ ਆ ਵੀ ਅਸੀਂ ਸਦਾ ਇੱਥੇ ਰਹਿਣਾ। ਇਹ ਸਭ ਤੋਂ ਵੱਡਾ ਭਰਮ ਆ। ਦੋ ਚੀਜ਼ਾਂ ਬੰਦੇ ਦੀਆਂ ਸਭ ਤੋਂ ਵੱਡੇ ਭਰਮ ਹੁੰਦੇ ਨੇ, ਇੱਕ ਸੁੰਦਰਤਾ ਤੇ ਇੱਕ ਸਿਆਣਪ। ਗੁਰੂ ਮਹਾਰਾਜ ਕਹਿੰਦੇ ਸੁੰਦਰਤਾ ਤੇ ਸਿਆਣਪ ਦੋ ਵੱਡੇ ਭੁਲੇਖੇ ਹਨ ਮਨੁੱਖੀ ਇਨਸਾਨ ਦੇ, ਮਨੁੱਖ ਦੇ। ਸੁੰਦਰਤਾ ਤਾਂ ਭੁਲੇਖਾ ਵੀ ਉਹ ਸਦਾ ਨਹੀਂ ਰਹਿੰਦੀ। ਬਾਲ, ਜਵਾਨੀ, ਬੁਢੇਪੇ ਤੋਂ ਬਾਅਦ ਸਪੁਰਦੇ ਖਾਕ ਜਾਂ ਸ਼ਮਸ਼ਾਨ ਘਾਟ ਜਲਾਇਆ ਜਾਵੇਗਾ ਜਾਂ ਕਬਰਿਸਤਾਨ ਦਬਾਇਆ ਜਾਵੇਗਾ। ਸਦਾ ਨਹੀਂ, ਉਹ ਭੁਲੇਖਾ ਹੀ ਸੀ। ਸੁੰਦਰਤਾ ਇੱਕ ਭੁਲੇਖਾ ਸੀ। ਫੇਰ ਬੰਦੇ ਦੀ ਸਿਆਣਪ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਅੱਗੇ ਜਾਤ ਨ ਜੋਰ ਹੈ ਅੱਗੇ ਜਿਉ ਨ ਵੇ। ਸਭਨੀ ਛਾਲਾਂ ਮਾਰੀਆਂ। ਛਾਲਾਂ ਤਾਂ ਬਹੁਤ ਜਾਣੇ ਮਾਰਦੇ ਨੇ, ਪਰ ਵੱਜੀ ਹੋਈ ਛਾਲ ਉਹਦੀ ਸਫਲ ਹੁੰਦੀ ਆ ਜੇ ਕਰਤਾ ਚਾਹੇ, ਕਰਤਾ ਕਰੇ ਸੋ ਹੋਏ। ਇਦਾਂ ਹੀ ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਬਿਨਾ ਗੁਰੂ ਤੋਂ ਬੰਧਨ ਨਹੀਂ ਟੁੱਟਦੇ, ਗੁਰਮੁਖ ਮੋਖ ਦੁਆਰਾ। ਕਰਮ ਕਰੇ ਗੁਰ ਸ਼ਬਦ ਨਾ ਪਛਾਣੇ, ਮਰ ਜਨਮੇ ਵਾਰੋ ਵਾਰਾ। ਕਈ ਬੰਦੇ ਕਰਮ ਕਰਦੇ ਨੇ ਪਰ ਸ਼ਬਦ ਨੂੰ ਨਹੀਂ ਪਛਾਣਦੇ। ਉਹ ਜੰਮਦੇ ਨੇ, ਮਰਦੇ ਨੇ। ਹਉ ਮੇਰਾ ਜਗ ਪਲ ਚ ਰਿਹਾ ਭਾਈ, ਕੋਏ ਨਾ ਕਿਸ ਹੀ ਕੇਰਾ। ਗੁਰਮੁਖ ਮਹਿਲ ਪਾਇਨ ਗੁਣ ਗਾਵਣ, ਨਿਜ ਕਰ ਹੋਏ ਵਸੇਰਾ। ਬਹੁਤ ਦੁਨੀਆ ਆਉਂਦੀ ਆ, ਬਹੁਤ ਦੁਨੀਆ ਜਾਂਦੀ ਆ। ਜੰਮ ਰਹੇ ਨੇ ਬੱਚੇ, ਜਨਮ ਲੈ ਰਹੇ ਨੇ, ਮਰ ਰਹੇ ਨੇ ਇਨਸਾਨ, ਜਾ ਰਹੇ ਨੇ। ਪਰ ਆਉਣਾ ਤੇ ਜਾਣਾ ਕਿਸੇ ਕਿਸੇ ਦਾ ਹੀ ਸਫਲ ਹੁੰਦਾ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਗੁਰੂ ਸਦਾ ਹੀ ਦਿਆਲ ਆ, ਪਰ ਬਿਨਾ ਭਾਗਾਂ ਤੋਂ, ਬਿਨਾ ਸੰਗਤ ਤੋਂ ਇਹ ਚੀਜ਼ ਨਹੀਂ ਲੱਭਦੀ। ਸੰਗਤ ਕਰਨੀ ਪੈਂਦੀ ਹੈ। ਸਤਿਗੁਰ ਤਾਂ ਸਾਨੂੰ ਇਹ ਤੋਹਫਾ ਨਾਮ ਦਾ ਦੇਣ ਨੂੰ ਤਿਆਰ ਨੇ। ਤੇਰੇ ਦਰ ਸੇ सब कुछ मिलता है, पर हम वही ले पाएंगे जो हमारे वसल में होगा। तेरे दर से सब कुछ मिलता है, पर हम वही ले पाएंगे जो हमारे वसल में होगा। तेरे दर तो ਤਾਂ सब कुछ ही मिलता, पर सानू उन्ना की मिलेगा जिन्नी कि साडी झोली होगी, जिन्नी कि साडी पात्रता होगी। एक नदर कर वेखै सब ऊपर, जेहा भाओ तेहा फल पाइए। परमात्मा सारियां ते इक्को जी नदर रखदा, इक्को जिहा ही तकदा है, इक्को नज़र दे नाल तकदा सब नूं। फर्क नहीं करदा, भाव कि गुरु भी फर्क नहीं करदा। गुरु साहब ने पंगत जिहड़ी बनाई सी ना, ਉਹਦੇ अर्थ ਇਹ ਸੀ कि ਉਹਦੇ ਵਿੱਚ ਰਾਜਾ ਚਾਹੇ ਬੈਠਾ ਚਾਹੇ ਭਿਖਾਰੀ ਬੈਠਾ, ਭਿਖਾਰੀ ਨੂੰ ਇਹ ਨਾ ਲੱਗੇ ਮੈਂ ਨੀਵਾਂ, ਰਾਜੇ ਨੂੰ ਇਹ ਨਾ ਲੱਗੇ ਮੈਂ ਉੱਚਾ ਹਾਂ। ਇਹ ਗੁਰੂ ਅਮਰਦਾਸ ਜੀ ਦਾ ਹੀ ਸ਼ਬਦ ਹੈ, ਇੱਕ ਸਾਖੀ ਆ ਉਹਨਾਂ ਦੇ ਜੀਵਨ ਦੇ ਨਾਲ, ਬੜੀ ਸੁੰਦਰ ਆ। ਗੁਰੂ ਅਮਰਦਾਸ ਜੀ ਮਹਾਰਾਜ ਪ੍ਰਵਚਨ ਕਰ ਰਹੇ ਸਨ ਸੰਗਤਾਂ ਦੇ ਵਿੱਚ। ਦਾਸਾਂ ਨੇ ਆ ਕੇ ਆਖਿਆ, ਮਹਾਰਾਜ ਵਕਤ ਦਾ ਹੁਕਮਰਾਨ, ਵਕਤ ਦਾ ਬਾਦਸ਼ਾਹ ਅਕਬਰ ਆਇਆ ਤੁਹਾਨੂੰ ਮਿਲਣ, ਭੇਜ ਦਈਏ ਅੰਦਰ। ਗੁਰੂ ਮਹਾਰਾਜ ਨੇ ਆਖਿਆ, ਪਹਿਲਾਂ ਪੰਗਤ ਪਾਛੇ ਸੰਗਤ। ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ ਅਕਬਰ, ਸਬੂਤ ਦੇਵੇ ਮੈਂ ਵਾਕਈ ਨੀਵਾਂ ਹਾਂ, ਮੈਨੂੰ ਕੋਈ ਫਰਕ ਨਹੀਂ ਮੇਰੇ ਦਿਲ 'ਚ, ਚਾਰ ਵਰਨ ਮੈਨੂੰ ਇੱਕੋ ਜਿਹੇ ਨੇ, ਫਿਰ ਸੰਗਤ ਵੀ ਹੋ ਜਾਏਗੀ। ਪਹਿਲਾਂ ਪੰਗਤ ਪਾਛੇ ਸੰਗਤ। ਪਹਿਲਾਂ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕੇ ਅਕਬਰ ਬਾਦਸ਼ਾਹ, ਫਿਰ ਸੰਗਤ ਵਿੱਚ ਆਵੇ। ਤੇ ਅਕਬਰ ਜਦੋਂ ਬੈਠ ਗਿਆ, ਜ਼ਮੀਨ ਤੇ ਬੈਠਾ ਹੈ, ਭੋਜਨ ਲਿਆ ਕੇ ਪਰੋਸਿਆ ਗਿਆ, ਗੁਰਸਿੱਖਾਂ ਨੇ ਛਕਾਇਆ ਪ੍ਰਸ਼ਾਦਾ। ਗਰਾਹੀ ਜਦੋਂ ਮੂੰਹ ਦੇ ਵਿੱਚ ਪਾਈ, ਆਖਿਆ ਸੀ ਇੰਨਾ ਸਵਾਦ ਆ ਇਹ, ਮੇਰੇ ਮਹਿਲ ਦੇ ਵਿੱਚ ਵੀ ਇੰਨਾ ਸਵਾਦ ਨਹੀਂ ਬਣਦਾ। ਕੀ ਕਹਾਂ, ਭਾਵੇਂ 36 ਤਰ੍ਹਾਂ ਦੇ ਭੋਜਨ ਨੇ,
ਪਰ ਇੰਨਾ ਸਵਾਦ ਨਹੀਂ। ਕੀ ਆ ਇਹਦੇ ਵਿੱਚ? ਗੁਰੂ ਅਮਰਦਾਸ ਜੀ ਨੂੰ ਮਿਲਿਆ, ਕਿਉਂਕਿ ਮੁਸਲਮਾਨਾਂ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਰਾਜੇ ਮਾੜੇ ਹੁੰਦੇ ਨੇ, ਵੀ ਸਾਰੇ ਹੀ ਔਰੰਗਜ਼ੇਬ ਨੇ, ਅਕਬਰ ਵਰਗੇ ਵੀ ਬੈਠੇ ਨੇ। ਤਾਂ ਇਸ ਕਰਕੇ ਕਹਿੰਦਾ ਮਹਾਰਾਜ ਲੰਗਰ ਪ੍ਰਸ਼ਾਦਾ ਬੜਾ ਹੀ ਰਸ ਭਰਿਆ ਹੈ ਆਪ ਜੀ ਦਾ। ਮੈਂ ਕੁਝ ਪਿੰਡ ਦੇ ਦਿੰਨਾ, ਜ਼ਮੀਨਾਂ ਦੇ ਦਿੰਨਾ, ਉਹਨਾਂ ਤੋਂ ਮਾਮਲਾ ਆਵੇਗਾ, ਉਹਦੇ ਨਾਲ ਇਹ ਲੰਗਰ ਚੱਲੇਗਾ। ਗੁਰੂ ਸਾਹਿਬ ਹੱਸ ਪਏ। ਇੱਥੇ ਗੱਲਾਂ ਬਹੁਤ ਵੱਡੀਆਂ ਹਨ। ਗੁਰੂ ਸਾਹਿਬ ਹੱਸ ਪਏ, ਕਹਿੰਦੇ ਫਿਰ ਉਹ ਅਕਬਰ ਦਾ ਲੰਗਰ ਨਹੀਂ ਹੋ ਜਾਊਗਾ? ਅਕਬਰ ਦਾ ਲੰਗਰ ਹੋ ਜੂ ਜੇ ਤੇਰੀ ਜ਼ਮੀਨ ਵਿੱਚੋਂ ਆਪਾਂ ਲੰਗਰ ਚਲਾਈਏ, ਬਸ ਤੇਰੀ ਦਿੱਤੀ ਹੋਈ ਜ਼ਮੀਨ ਦੇ ਨਾਲ ਮਾਮਲਾ ਆਵੇ, ਲੰਗਰ ਚੱਲੇ, ਅਕਬਰ ਦਾ ਹੋ ਜੂ। ਫਿਰ ਆਹ ਰਸ ਨਹੀਂ ਰਹਿਣਾ ਜਿਹੜਾ ਹੁਣ ਤੈਨੂੰ ਆਇਆ। ਰਸ ਤਾਂ ਆਉਂਦਾ ਇੰਨਾ, ਸੰਗਤਾਂ ਆਉਂਦੀਆਂ ਨੇ ਇਕੱਠੀਆਂ ਹੋ ਕੇ, ਕੋਈ ਇੱਕ ਕੌਲੀ ਲੈ ਕੇ ਆਉਂਦਾ ਤੇ ਜਿਹਦੀ ਜਿੰਨੀ ਸਮਰੱਥਾ ਇੱਕ ਬੋਰੀ ਲੈ ਕੇ ਆਉਂਦਾ, ਖੰਡ ਦੀ, ਚੌਲਾਂ ਦੀ, ਕਣਕ ਦੀ। ਫਿਰ ਉਹ ਬਾਣੀ ਪੜ੍ਹਦੇ ਪੜ੍ਹਦੇ ਨੂੰ ਤਿਆਰ ਕਰਦੇ ਨੇ। ਇਹ ਪਿਆਰ ਹੀ ਆ ਜਿਹੜਾ ਇਹਦੇ ਵਿੱਚ ਰਸ ਭਰਦਾ। ਚੀਜ਼ ਤਾਂ ਉਹੀ ਆ ਜਿਹੜੀ ਤੁਸੀਂ ਹੱਟੀ ਤੋਂ ਖਰੀਦਦੇ ਹੋ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਸਮੇਂ ਖਰੀਦੀ ਜਾਂਦੀ। ਚੀਜ਼ਾਂ ਉਹੀ ਨੇ, ਦੁਕਾਨ ਵੀ ਉਹੀ ਆ। ਰਸ ਇਹਦੇ ਵਿੱਚ ਭਰਦੀ ਆ ਸੰਗਤ ਤੇ ਉਹਦਾ ਪਿਆਰ। ਫਿਰ ਅਕਬਰ ਬਾਦਸ਼ਾਹ ਨੇ ਆਖਿਆ ਸੀ, ਫਿਰ ਵੀ ਤੁਸੀਂ ਇੱਕ ਤੁੱਛ ਜੀ ਭੇਟਾ ਕਬੂਲ ਕਰੋ। ਇੱਕ ਪਟਾ ਲਿਖ ਕੇ ਦਿੱਤਾ ਸੀ ਕਈ ਪਿੰਡਾਂ ਦਾ। ਗੁਰੂ ਅਮਰਦਾਸ ਜੀ ਨੂੰ ਕਹਿੰਦੇ ਸੀ ਇਹ ਤੁੱਛ ਜੀ ਭੇਟਾ ਹੀ ਆ। ਤਾਂ ਇਸ ਕਰਕੇ ਮਹਾਰਾਜ ਨੇ ਭਾਵੇਂ ਇਨਕਾਰ ਕੀਤਾ, ਪਰ ਫਿਰ ਵੀ ਉਹਨੇ ਨਾ ਬਹੁਤ ਸੇਵਾ ਕੀਤੀ ਅਕਬਰ ਬਾਦਸ਼ਾਹ ਨੇ। ਐਸੀ ਗੱਲ ਨਹੀਂ, ਤਾਂ ਗੁਰੂ ਦੇ ਨਾਲ ਉਹਦਾ ਬੜਾ ਪਿਆਰ ਬਣਿਆ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੇਵਾ ਕਰਨੀ, ਬੰਦਗੀ ਕਰਨੀ, ਨਾਮ ਜਪਣਾ, ਇਹ ਤਾਂ ਬਸ ਅਸੀਂ ਰਜਾ 'ਚ ਰਹਿਣਾ ਸਿੱਖ ਲਈਏ। ਇਹ ਸੇਵਾ ਕਰਕੇ ਬੰਦਾ ਰਜਾ 'ਚ ਨਹੀਂ ਰਹਿ ਰਿਹਾ, ਤਾਂ ਇਹ ਗੱਲ ਸਾਫ਼ ਹੋ ਗਈ ਆ ਕਿ ਉਹ ਇਨਸਾਨ ਜਿਹੜਾ ਹੈ ਨਾ, ਉਹਨੇ ਸਹੀ ਸੇਵਾ ਨਹੀਂ ਕੀਤੀ, ਮੰਨਣਾ ਨਹੀਂ ਕੀਤੀ। ਜੇ ਪਾਠ ਕਰਕੇ ਅਸੀਂ ਡੋਲ ਰਹੇ ਹਾਂ, ਘਰ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਹੋ ਨਹੀਂ ਜਾਂਦੀਆਂ, ਅਸੀਂ ਡੋਲ ਜਾਂਦੇ ਹਾਂ, ਤਾਂ ਗੱਲ ਇਹ ਆ ਕਿ ਅਸੀਂ ਸਹੀ ਤਰੀਕੇ ਨਾਲ ਪਾਠ ਨਹੀਂ ਕੀਤਾ। ਜਿਵੇਂ ਕਿ ਉਹ ਫਿਲਾਸਫਰ ਨੂੰ ਉਹਨਾਂ ਆਖਿਆ ਸੀ ਨਾ, ਇੰਨਾ ਪਾਠ ਹੋ ਰਿਹਾ, ਇੰਨੇ ਧਾਰਮਿਕ ਸਥਾਨਾਂ ਤੇ ਇਕੱਠ ਹੋ ਰਿਹਾ, ਪਰ ਪਾਪ ਕਿਉਂ ਵੱਧ ਰਹੇ ਨੇ? ਤਾਂ ਉਹਨੇ ਆਖਿਆ ਸੀ, ਚੰਗਾ ਕੰਮ ਲੋਕ ਮਨ ਲਾ ਕੇ ਨਹੀਂ ਕਰਦੇ, ਭਾਵੇਂ ਪਾਠ ਹੋ ਰਿਹਾ, ਧਾਰਮਿਕ ਸਥਾਨਾਂ ਤੇ ਭੀੜ ਬੜੀ ਆ, ਬਹੁਤ ਜ਼ਿਆਦਾ ਨਮਾਜ਼ੀ ਨੇ, ਬਹੁਤ ਜ਼ਿਆਦਾ ਨਿਤਨੇਮੀ ਵੀ ਨੇ, ਪਰ ਪਾਪ ਕਿਉਂ ਵੱਧ ਰਿਹਾ? ਪਰ ਪਾਪ ਵਧਣਾ ਨਹੀਂ ਚਾਹੀਦਾ। ਪਾਪ ਤਾਂ ਵੱਧ ਰਿਹਾ, ਚੰਗਾ ਕੰਮ ਅਸੀਂ ਮਨ ਲਾ ਕੇ ਨਹੀਂ ਕਰਦੇ, ਕਰਦੇ ਹਾਂ ਚੰਗਾ ਕੰਮ, ਪਰ ਮਨ ਨਹੀਂ ਹੁੰਦਾ ਉਸ 'ਚ। ਮਾੜਾ ਕੰਮ ਕਰਦੇ ਹਾਂ, ਉਹ ਮਨ ਲਾ ਕੇ ਕਰਦੇ ਹਾਂ। ਨਿੰਦਿਆ ਕਿਸੇ ਦੀ ਕਰਨੀ ਆ, ਕਿਸੇ ਦਾ ਚਰਿੱਤਰ ਫੋਲਣਾ, ਕਿਸੇ ਬਾਰੇ ਮਾੜਾ ਸ਼ਬਦ ਕਹਿਣਾ, ਗਾਲ ਕੱਢਣੀ ਆ, ਉਹਦੇ 'ਚ ਸਾਡਾ ਪੂਰਾ ਮਨ ਹੁੰਦਾ। ਮੈਂ ਇੱਕ ਪੁਸਤਕ ਪੜ੍ਹੀ ਸੀ, ਕਹਿੰਦੇ ਜਦੋਂ ਦੋ ਜਾਣੇ ਕਿਸੇ ਦੀ ਨਿੰਦਿਆ ਕਰ ਰਹੇ ਹੁੰਦੇ ਆ, ਇੱਕ ਬੋਲ ਰਿਹਾ ਹੁੰਦਾ, ਦੂਜਾ ਸੁਣ ਰਿਹਾ ਹੁੰਦਾ, ਸੁਣਨ ਵਾਲਾ ਜਾਂ ਸੁਣਨ ਵਾਲੀ ਇੰਨਾ ਧਿਆਨ ਦਿੰਦੀ ਆ ਉਹਦੇ ਵਿੱਚ ਵੀ ਕੋਈ ਗੱਲ ਰਹਿ ਨਾ ਜਾਵੇ ਕਿਤੇ, ਇੰਨੀ ਇਕਾਗਰਤਾ ਹੁੰਦੀ ਆ। ਜਦੋਂ ਅਸੀਂ ਬਾਣੀ ਪੜ੍ਹਦੇ ਜਾਂ ਕੀਰਤਨ ਸੁਣਦੇ ਹਾਂ, ਉਦੋਂ ਅਸੀਂ ਨਹੀਂ ਕਹਿੰਦੇ ਵੀ ਇੱਕ ਗੱਲ ਵੀ ਕਿਤੇ ਮਿਸ ਨਾ ਹੋ ਜੇ। ਜਦੋਂ ਬੰਦਾ ਟੈਲੀਵਿਜ਼ਨ ਤੇ ਮੂਵੀ ਦੇਖਦਾ, ਉਹ ਕਹਿੰਦਾ ਕੋਈ ਸੀਨ ਮਿਸ ਨਾ ਹੋ ਜੇ, ਕੱਟਿਆ ਨਾ ਜਾਵੇ ਵਿੱਚੋਂ। ਬਹੁਤ ਛੇਤੀ ਛੇਤੀ ਇਕਾਗਰਤਾ ਬਣ ਜਾਂਦੀ ਆ। ਇੱਥੇ ਨਹੀਂ ਬਣ ਪਾਉਂਦੀ। ਬਣ ਕਿਉਂ ਨਹੀਂ ਪਾਉਂਦੀ? ਉਹਦਾ ਕਾਰਨ ਤਾਲਮੇਲ ਨਹੀਂ ਬਹਿੰਦਾ। ਹਨੇਰੇ ਦਾ ਚਾਨਣ ਦੇ ਨਾਲ ਤਾਲਮੇਲ ਬਹਿੰਦਾ ਨਹੀਂ ਹੁੰਦਾ। ਚਾਨਣ ਦਾ ਹਨੇਰੇ ਨਾਲ ਸੰਬੰਧ ਨਹੀਂ ਜੁੜਦਾ ਹੁੰਦਾ, ਇਸ ਕਰਕੇ ਨਹੀਂ ਬਹਿੰਦਾ ਤਾਲਮੇਲ। ਗੁਰੂ ਮਹਾਰਾਜ ਕਹਿੰਦੇ ਨੇ ਚੰਗੇ ਕੰਮ ਹੋ ਰਹੇ ਨੇ, ਇਹ ਨਹੀਂ। ਕਬੀਰ ਸਾਹਿਬ ਜੀ ਕਹਿੰਦੇ, ਜਿਹੇ ਮਾਰਗ ਪੰਡਿਤ ਗਏ, ਪਾਛੈ ਪਰੀ ਵਹੀਰ,
ਇੱਕ ਅਵਕਟ ਘਾਟੀ RAM ਕੀ ਤੇ ਚੜ ਰਹੋ ਕਬੀਰ। ਇਹਨੂੰ ਕਬੀਰ ਸਾਹਿਬ ਨੇ ਬਹੁਤ ਸੁੰਦਰ ਵਿਖਿਆਨ ਕੀਤਾ ਸੀ ਇਸ ਸ਼ਬਦ ਦਾ। ਕਹਿੰਦੇ ਨਾ, ਜਦੋਂ ਮੈਂ ਨਵਾਂ ਨਵਾਂ ਇੱਧਰ ਪਰਮਾਰਥ 'ਚ ਆਇਆ ਤਾਂ ਕਹਿੰਦੇ ਉਦੋਂ ਮੈਂ ਦੇਖਿਆ, ਇੱਕ ਗੱਲ ਮੈਂ ਦੇਖੀ, ਹਜ਼ਾਰਾਂ ਭੀੜ, ਹਜ਼ਾਰਾਂ ਸੰਗਤ ਪੰਡਤਾਂ ਪਿੱਛੇ ਚੱਲਦੀ ਆ। ਜਿਹੜੇ ਮਾਰਗ ਤੇ ਪੰਡਤ ਤੁਰੇ ਨੇ ਉਹਦੇ ਪਿੱਛੇ ਪਿੱਛੇ ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਹੀ ਲੋਕ ਜਾ ਰਹੇ ਨੇ। ਵਹੀਰਾਂ ਘੱਤ ਘੱਤ ਕੇ ਬਹੁਤ ਜ਼ਿਆਦਾ ਭੀੜ ਆ ਉਹਨਾਂ ਪਿੱਛੇ। ਕਹਿੰਦੇ ਜਿਹੜੇ ਮਾਰਗ ਤੇ ਮੈਂ ਚੱਲਿਆ ਉਹ ਮਾਰਗ ਤੇ ਕੋਈ ਅੱਗੇ ਵੀ ਨਹੀਂ ਮੇਰੇ ਤੇ ਪਿੱਛੇ ਵੀ ਕੋਈ ਨਹੀਂ। ਜਿਹੇ ਮਾਰਗ ਪੰਡਤ ਗਏ ਪਾਛੈ ਪਰੀ ਵਹੀਰ, ਇੱਕ ਅਵਕਟ ਘਾਟੀ RAM ਕੀ ਤੇ ਚੜ ਰਹੋ ਕਬੀਰ। ਇਹਦੇ ਵਿੱਚ ਫਰਕ ਕੀ ਆ? ਕਹਿਣਾ ਉਹ ਚਾਹ ਰਹੇ ਨੇ ਜਿਹੜੇ ਪੰਡਤ ਪਾਠ ਪੂਜਾ ਕਰਦੇ ਨੇ ਉਹਨਾਂ 'ਚ ਉਹਦਾ ਮਨ ਨਹੀਂ ਹੁੰਦਾ, ਉਹਨਾਂ ਪਿੱਛੇ ਹੀ ਲੋਕ ਤੁਰੇ ਹੋਏ ਨੇ। ਉਹ ਵੀ ਪਾਠ ਪੂਜਾ ਕਰਦੇ ਨੇ ਪਰ ਉਹਨਾਂ ਦਾ ਵਿੱਚ ਮਨ ਨਹੀਂ ਹੁੰਦਾ। ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਪੜ੍ਹਦਾ ਹਾਂ RAM ਕਹਿੰਦਾ ਉਹਦੇ 'ਚ ਮੇਰਾ ਮਨ ਹੁੰਦਾ, ਧਿਆਨ ਹੁੰਦਾ, ਮੇਰੀ ਸੁਰਤ ਹੁੰਦੀ ਆ। ਜਿਵੇਂ ਮੈਂ ਜਪਦਾ ਹਾਂ ਉਵੇਂ ਜਪਣ ਵਾਲਾ ਕੋਈ ਨਹੀਂ। ਜਿਵੇਂ ਪੰਡਤ ਜਪਦੇ ਨੇ ਉਵੇਂ ਜਪਣ ਵਾਲੇ ਇੱਕ ਨਹੀਂ, ਦੋ ਨਹੀਂ, ਕਰੋੜਾਂ ਹੀ ਨੇ। ਇਹ ਕਹਿ ਰਹੇ ਨੇ ਜਿਹੇ ਮਾਰਗ ਪੰਡਤ ਗਏ। ਪੰਡਤ ਜਿਹੜੇ ਹੁੰਦੇ ਨੇ ਭਰਾਵ ਕੀ ਕੋਈ ਵੀ ਧਾਰਮਿਕ ਸਥਾਨਾਂ ਦੇ ਜਿਹੜੇ ਪ੍ਰਮੁੱਖ ਬੰਦੇ ਹੁੰਦੇ ਨੇ, RAM RAM ਜੋ ਕਹਿੰਦੇ ਨੇ ਜਾਂ ਕੋਈ ਵਾਹਿਗੁਰੂ ਵਾਹਿਗੁਰੂ ਵੀ ਕਹਿ ਰਿਹਾ, ਉਹ ਬੰਦੇ ਜਿਹੜੇ ਹਨ ਨਾ, ਉਵੇਂ ਕਹਿਣਾ ਬੜਾ ਸੌਖਾ ਹੈ। RAM RAM ਕਰਤਾ ਸਭ ਜਗ ਫਿਰੈ, RAM ਨਾ ਪਾਇਆ ਜਾਏ। ਇੱਕ ਰਹਿਰਾਸ ਸਾਹਿਬ ਵਿੱਚ ਇੱਕ ਹੀ ਪੰਗਤੀ ਆ, ਉਹਦੇ ਅਰਥ ਬੜੇ ਡੂੰਘੇ ਨੇ। ਉਹ ਐਵੇਂ ਆ, ਆਖਣ ਔਖਾ ਸਾਚਾ ਨਾਮ। ਕਹਿੰਦੇ ਸੱਚਾ ਨਾਮ ਕਹਿਣਾ ਬਹੁਤ ਔਖਾ ਹੈ। ਸੱਚਾ ਨਾਮ ਕੀ ਆ? ਵਾਹਿਗੁਰੂ ਜਾਂ ਸਤਨਾਮ। ਵਾਹਿਗੁਰੂ ਕਹਿਣਾ ਬੜਾ ਔਖਾ ਹੈ। ਲਓ ਆਪਾਂ ਕਹਿੰਦੇ, ਆਪਾਂ ਕਹਿ ਦਿੱਤਾ ਜੀ ਵਾਹਿਗੁਰੂ, ਸੌਖਾ ਹੀ ਆ। ਉਹ ਕਹਿੰਦੇ ਨਹੀਂ, ਐਵੇਂ ਨਹੀਂ। ਤੁਹਾਡੀ ਸੁਰਤ, ਤੁਹਾਡਾ ਮਨ, ਤੁਹਾਡੀ ਇਕਾਗਰਤਾ ਇੱਕ ਹੋ ਕੇ ਨਹੀਂ ਕਹਿ ਰਹੀ, ਬਹੁਤ ਔਖਾ। ਆਖਣ ਔਖਾ ਸਾਚਾ ਨਾਮ, ਸੱਚਾ ਨਾਮ ਕਹਿਣਾ ਬੜਾ ਔਖਾ ਹੈ, ਥੋੜਾ ਔਖਾ ਨਹੀਂ। ਸਭ ਤੋਂ ਔਖਾ ਕੀ ਆ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਖਣ ਔਖਾ ਸਾਚਾ ਨਾਮ, ਬਹੁਤ ਔਖਾ ਹੈ। ਦੇਖੋ ਪਾਠ ਪੂਜਾ ਬਹੁਤ ਹੋ ਰਿਹਾ ਹੈ ਦੁਨੀਆ ਤੇ, ਐਸੀ ਗੱਲ ਨਹੀਂ, ਸੇਵਾ ਬਹੁਤ ਹੋ ਰਹੀ ਆ, ਸਿਮਰਨ ਵੀ ਹੋ ਰਿਹਾ। ਲੋਕ ਬਦਲ ਕਿਉਂ ਨਹੀਂ ਰਹੇ? ਕਾਰਨ ਕੀ ਹੈ? ਇਹਦਾ ਜਵਾਬ ਕੀ ਆ? ਮੰਨਣਾ ਨਹੀਂ ਕਰ ਰਹੇ। ਉਹ ਮਾੜਾ ਕੰਮ ਮੰਨਣਾ ਹੋ ਰਿਹਾ, ਚੰਗਾ ਕੰਮ ਮੰਨਣਾ ਨਹੀਂ ਹੋ ਰਿਹਾ। ਕਬੀਰ ਸਾਹਿਬ ਜੀ ਇਹੀ ਕਹਿ ਰਹੇ ਨੇ, ਜਿਵੇਂ ਪੰਡਤ ਸੇਵਾ ਕਰਦੇ ਨੇ, ਪੰਡਤ ਲੋਕ ਜਿਹੜੇ ਲੋਕ RAM RAM ਕਹਿੰਦੇ ਨੇ, ਉਵੇਂ ਕਹਿਣ ਵਾਲੇ ਹਜ਼ਾਰਾਂ ਹੀ ਨੇ। ਜਿੱਦਾਂ ਮੈਂ ਕਹਿਣਾ ਉਵੇਂ ਕਹਿਣ ਵਾਲਾ ਕੋਈ ਨਹੀਂ। ਕੋਟਣ ਮੈਂ ਨਾਨਕ ਕੋ ਨਾਰਾਇਣ ਜਿਹ ਜੀਤ। ਇੱਥੋਂ ਤੱਕ ਤਾਂ ਕਬੀਰ ਸਾਹਿਬ ਨੇ ਆਖਿਆ ਸੀ, ਤੇਰਾ ਜਨ ਏਕ ਆਦ ਕੋਈ। ਜਨ ਹੁੰਦਾ ਸੇਵਕ। ਹੇ ਪਰਮਾਤਮਾ ਤੇਰਾ ਤਾਂ ਕੋਈ ਇੱਕ ਅੱਧਾ ਹੀ ਆ, ਇੱਕ ਤੇ ਅੱਧਾ ਹੀ। ਆ ਜਿਹੜੀ ਭੀੜ ਆ ਇੰਨੀ, ਗੁਰਦੁਆਰਿਆਂ ਦੇ ਸਤਸੰਗੀ, ਨਮਾਜੀ ਜਾਂ ਹਿੰਦੂ ਵੀਰਾਂ ਦੇ ਧਾਰਮਿਕ ਸਥਾਨਾਂ ਤੇ ਇਕੱਠ ਜਾਂ ਗਿਰਜੇ ਘਰ ਚਰਚਾਂ ਦੇ ਵਿੱਚ ਲੋਕ, ਇਹ ਤਾਂ ਸਿਰਫ ਬੱਧਾ ਚਿੱਟੀ ਕਰਦੇ ਨੇ। ਤੇਰਾ ਤਾਂ ਇੱਕ ਅੱਧਾ ਹੀ ਆ ਜਿਹੜਾ ਦਿਲੋਂ ਤੈਨੂੰ ਯਾਦ ਕਰਦਾ। ਇਹ ਆਪਦੇ ਸੁੱਖਾਂ ਲਈ ਤੇਰੇ ਕੋਲ ਆਉਂਦੇ ਨੇ, ਇਹ ਕੁਝ ਮੰਗਣ ਆਉਂਦੇ ਨੇ। ਇਹ ਤਾਂ ਨਹੀਂ ਆਉਂਦੇ ਵੀ ਤੈਨੂੰ ਪਿਆਰ ਕਰਦੇ ਨੇ, ਇਹ ਤੈਥੋਂ ਕੁਝ ਲੈਣ ਆਉਂਦੇ ਨੇ। ਐਵੇਂ ਨਾ ਤੁਸੀਂ ਗੁਰੂ ਨਾਲ ਸੰਬੰਧ ਜੋੜ ਬੈਠੇ ਹੋ ਵੀ ਗੁਰੂ ਤੋਂ ਕੁਝ ਮੰਗਣਾ ਵਾ। ਗੁਰੂ ਨਾਲ ਸੰਬੰਧ ਇਹ ਰੱਖਿਓ ਕਿ ਗੁਰੂ ਮਹਾਰਾਜ ਤੇਰੀ ਬਾਣੀ ਬਹੁਤ ਸੋਹਣੀ ਆ, ਮੈਂ ਤਾਂ ਤੇਰੇ ਕੋਲ ਆਉਣਾ। ਜੇ ਤੁਸੀਂ ਐਵੇਂ ਰੱਖੋਗੇ ਸੰਬੰਧ, ਫਿਰ ਤੁਹਾਨੂੰ ਸਭ ਹੀ ਦੇ ਦੇਣਾ ਉਹਨੇ। ਭਾਵ ਕਿ ਜੇ ਤੁਸੀਂ ਸੂਰਜ ਤੋਂ ਸੂਰਜ ਨੂੰ ਮੰਗੋਗੇ, ਕਿਰਨਾਂ ਵੀ ਤੁਹਾਨੂੰ ਮਿਲਣੀਆਂ। ਜੇ ਤੁਸੀਂ ਫੁੱਲ ਤੋਂ ਫੁੱਲ ਨੂੰ ਮੰਗੋਗੇ, ਜੜ ਛੱਡ ਦੋਗੇ ਤਾਂ ਫੁੱਲ ਖਿੜੇਗਾ ਤੇ ਮੁਰਝਾ ਜਾਏਗਾ। ਜੇ ਜੜ ਮੰਗੋਗੇ ਉਹਨੂੰ ਹੋਰ ਫੁੱਲ ਲੱਗ ਜਾਣਗੇ।
ਜੇ ਚੰਦਰਮੇ ਤੋਂ ਚੰਦਰਮਾ ਨੂੰ ਮੰਗੋਗੇ ਠੰਡਕ ਤੁਹਾਨੂੰ ਮਿਲ ਹੀ ਜਾਣੀ ਹੈ। ਮੈਂ ਕਹਿਣਾ ਚਾਹ ਰਿਹਾ ਕਿ ਗੁਰੂ ਤੋਂ ਗੁਰੂ ਨਹੀਂ ਮੰਗਣਾ ਚਾਹੀਦਾ ਹੈ, ਕੁਝ ਹੋਰ ਨਹੀਂ ਮੰਗਣਾ ਚਾਹੀਦਾ। ਕਈ ਵਾਰੀ ਅਸੀਂ ਕੁਝ ਹੋਰ ਹੀ ਮੰਗ ਬੈਠੇ ਹਾਂ, ਬਾਅਦ ਵਿੱਚ ਉਹ ਚੀਜ਼ ਜਿਹੜੀ ਆ ਸਾਨੂੰ ਤਕਲੀਫ ਦਿੰਦੀ ਆ, ਕਿਉਂਕਿ ਅਸੀਂ ਜਦੋਂ ਮੰਗੀ ਹੁੰਦੀ ਆ ਉਦੋਂ ਸਾਨੂੰ ਲੱਗਦਾ ਇਹ ਚੀਜ਼ ਸਾਨੂੰ ਸੁੱਖ ਦੇਊਗੀ, ਬਾਅਦ ਵਿੱਚ ਜਦੋਂ ਉਹ ਚੀਜ਼ ਸਾਨੂੰ ਮਿਲਦੀ ਆ ਉਹ ਸ਼ੱਕਰ ਜ਼ਹਿਰ ਹੋ ਜਾਂਦੀ ਹੈ। ਸ਼ੱਕਰ ਵਿਸ ਹੋਏ ਦੇਖ ਫਰੀਦਾ ਜੋ ਥੀਆ, ਸ਼ੱਕਰ ਹੋਈ ਵਿਸ। ਫਰੀਦ ਸਾਹਿਬ ਜੀ ਕਹਿੰਦੇ ਮੈਂ ਕਿਹਨੂੰ ਕਹਾਂ, ਮੰਗੀ ਸੀ ਸ਼ੱਕਰ ਤੇ ਬਣ ਗਈ ਜ਼ਹਿਰ ਸਮਾਂ ਪਾ ਕੇ। ਕਈ ਵਾਰ ਧੀ ਪੁੱਤਰ ਜਿਹਨਾਂ ਨੂੰ ਮੰਗਿਆ ਹੁੰਦਾ ਅਰਦਾਸਾਂ ਕਰਕੇ, ਜਦੋਂ ਉਹਨਾਂ ਨੂੰ ਬੇਦਖਲ ਕਰਨਾ ਪੈਂਦਾ ਕਿਸੇ ਕਾਰਨ ਕਰਕੇ, ਕਹਿੰਦੇ ਆ ਇਦੋਂ ਚੰਗਾ ਹੁੰਦਾ ਤੂੰ ਨਾ ਹੁੰਦੀ ਜਾਂ ਨਾ ਹੁੰਦਾ। ਸ਼ੱਕਰ ਸੀ ਕਿਸੇ ਸਮੇਂ ਲੱਡੂ ਵੰਡੇ ਸੀ, ਅੱਜ ਜ਼ਹਿਰ ਬਣ ਗਏ। ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕੈਸ। ਤੇ ਸਾਈਂ ਤਾਂ ਰੱਬ ਦਾ ਨਾਮ ਹੀ ਹੈ। ਇੱਕ ਫਰੀਦ ਸਾਹਿਬ ਸੂਫੀ ਨੇ ਨਾ, ਉਹ ਰੱਬ ਨੂੰ ਸਾਈਂ ਹੀ ਕਹਿੰਦੇ ਨੇ। ਸਾਈਂ ਵਾਝੋਂ ਆਪਣੇ, ਆਪਦੇ ਰੱਬ ਤੋਂ ਬਿਨਾ ਇਹ ਪੀੜਾ ਮੈਂ ਕਿਹਨੂੰ ਕਹਾਂ। ਸ਼ੱਕਰ ਮੰਗਦੇ ਹਾਂ ਤੇ ਉਹ ਜ਼ਹਿਰ ਬਣ ਜਾਂਦੀ ਆ, ਭਾਵ ਕਿ ਦਾਤਾਂ ਮੰਗਦੇ ਹਾਂ ਉਹ ਸਮਾਂ ਪਾ ਕੇ ਵਿਜੋਗ ਬਣ ਜਾਂਦੀਆਂ ਨੇ। ਤਾਂ ਹੁਣ ਕੀ ਮੰਗੀਏ, ਤੈਥੋਂ ਤੈਨੂੰ ਹੀ ਮੰਗਦੇ ਹਾਂ। ਸਭ ਕੁਛ ਮੰਗ ਲਿਆ खुदा से खुदा को मांग कर, उठते नहीं हाथ मेरे इस दुआ के बाद। एक बड़ी सुंदर घटना नाले तुहानू गुरुद्वारा साहिब दे साजां बारे पता लग जाएगा। हारमोनीयम ते तबला आम गुरु घरां दे विच वजाया जाता है, हारमोनीयम ते तबला, बाकी तांती साज भी ने, पर आम जिहड़े गुरु घर ने उह हारमोनीयम ते तबले ते कीर्तन करते हैं। ਹਾਰਮੋਨੀਅਮ ਦੀ ਕਾਢ ਕੱਢੀ ਸੀ ਇੰਗਲੈਂਡ ਦਾ ਵਿਅਕਤੀ ਸੀ, ਜਿਹਨੇ ਬਾਅਦ ਵਿੱਚ ਇਹਨੂੰ ਰੂਪ ਦਿੱਤਾ, ਅਲੈਂਗਜੈਂਡ ਸੀ ਉਹਦਾ ਨਾਮ। ਤੇ ਤਬਲੇ ਦੇ ਕਰਤਾ ਨੇ ਅਮੀਰ ਖੁਸਰੋ ਜੀ। ਜਦੋਂ ਤੁਸੀਂ ਤਬਲੇ ਨੂੰ ਦੇਖੋਗੇ ਧਿਆਨ ਦੇ ਨਾਲ ਤਾਂ ਦੇਖਿਓ, ਤਬਲੇ ਤੇ ਨਾ ਇੱਕ ਕਾਲੇ ਰੰਗ ਦੀ ਸਿਆਹੀ ਲੱਗੀ ਹੁੰਦੀ ਆ ਦੋਨਾਂ ਤੇ, ਜਮਾ ਸੈਂਟਰ ਤੇ ਵਿਚਕਾਰ, ਉਹ ਅਮੀਰ ਖੁਸਰੋ ਜੀ ਨੇ ਲਾਈ ਸੀ। ਉਹ ਪਹਿਲਾਂ ਨਾ ਸਾਧੂਆਂ ਦੀ ਸੰਗਤ 'ਚ ਨਹੀਂ ਸੀ ਹੁੰਦੇ, ਉਹ ਵੀ ਰੱਬ ਨੂੰ ਛੱਡ ਕੇ ਹੋਰ ਕੁਝ ਮੰਗਦੇ ਹੁੰਦੇ ਸੀ, ਰੱਬ ਨੂੰ ਛੱਡ ਕੇ ਕੁਝ ਹੋਰ ਮੰਗਦੇ ਹੁੰਦੇ ਸੀ। ਇੱਕ ਦਿਨ ਰੱਬ ਦੇ ਪਿਆਰੇ ਮਿਲੇ, ਪ੍ਰਮਾਤਮਾ ਵੱਲੋਂ ਸੂਝ-ਬੂਝ ਮਿਲੀ। ਉਦੋਂ ਬਾਅਦ ਕਹਿੰਦੇ ਮੈਂ ਰੱਬ ਨੂੰ ਛੱਡ ਕੇ ਕੁਝ ਨਹੀਂ ਮੰਗਿਆ, ਜਦੋਂ ਮੈਨੂੰ ਸਮਝ ਆਈ ਆ ਸਭ ਕੁਝ ਮੰਗ ਲਿਆ। ਇਹ ਉਹਨਾਂ ਦਾ ਹੀ ਬੋਲ ਆ, ਸਭ ਕੁਛ ਮੰਗ ਲਿਆ ਖੁਦਾ ਸੇ। ਮੈਂ ਰੱਬ ਨੂੰ ਮੰਗ ਕੇ ਸਾਰਾ ਕੁਝ ਹੀ ਮੰਗ ਲਿਆ। खुदा से खुदा को मांग कर, उठते नहीं हाथ मेरे इस दुआ के बाद। उदों बाद कहते मैं कुछ मंगण जोगा ही नहीं रहा, परमात्मा तो मैं मंगण जोगा ही नहीं रहा। इत्थे गुरु साहब कह रहे ने, सतगुरु सदा दयाल है भाई, बिन भागा क्या पाई है। एक नदर कर वेखै सब ऊपर, जेहा भाओ तेहा फल पाईए। ਜਿਹੋ जी किसी की भावना ਉਹੋ ਜਿਹਾ ਉਹਨੂੰ फल मिलेगा। परमात्मा की निगाह सारियां ते ही आ, परमात्मा की निगाह सारियां ते ही आ, क्योंकि बहुत उच्चा है वो, बहुत उच्चा। ਜਿਹੜਾ बहुत उच्चा बंदा बैठा होवे ਉਹਨੂੰ ਸਾਰੇ ਦੀਂਦੇ ਹੁੰਦੇ ਨੇ। परमात्मा बहुत उच्चा है, ਉਹਨੂੰ ਸਾਰਿਆਂ ਤੇ ਉਹਦੀ ਨਿਗਾਹ ਹੈ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਜਦੋਂ ਬੰਦਾ ਇਹ ਮਹਿਸੂਸ ਕਰਨ ਲੱਗ ਜਾਂਦਾ ਉਹ ਮੈਨੂੰ ਦੇਖ ਰਿਹਾ, ਉਹ ਮੈਨੂੰ ਦੇਖ ਰਿਹਾ, ਉਹ ਬਹੁਤ ਉੱਚਾ ਹੈ। ਉੱਚੇ ਦੇ ਮਤਲਬ ਇਹ ਹੁੰਦੇ ਨੇ ਉਹ ਬਹੁਤ ਉੱਚਾ, ਤੇ ਉੱਚੀ ਜਗ੍ਹਾ ਤੋਂ ਮੈਂ ਨੀਵਾਂ, ਉਹਦੀ ਨਿਗਾਹ ਮੇਰੇ ਤੇ ਪੈ ਰਹੀ ਆ। ਮੈਂ ਕੀ ਕਰਦਾ ਉਹਨੂੰ ਪਤਾ। ਜਦੋਂ ਉਹਨੂੰ ਪਤਾ ਵੀ ਮੈਂ ਕੀ ਕਰਦਾ, ਫਿਰ ਮੈਂ ਮਾੜਾ ਕਿਉਂ ਕਰਾਂਗਾ। ਫਿਰ ਇਵੇਂ ਬੰਦੇ ਦੇ ਅੰਦਰੋਂ ਉਹਦੀ ਮੈਂ, ਗੁਰੂ ਅਮਰਦਾਸ ਜੀ ਕਹਿੰਦੇ, ਮੁੱਕ ਜਾਂਦੀ ਆ। ਉਹਦੇ ਅੰਦਰ ਚੰਗੇ ਸ਼ੁਭ ਗੁਣਾਂ ਦਾ ਵਾਸਾ ਹੋ ਜਾਂਦਾ, ਉਹ ਗੁਰੂ ਦਾ ਸਿੱਖ ਬਣ ਜਾਂਦਾ। ਇਵੇਂ ਉਹ ਭਾਣੇ 'ਚ ਆ ਜਾਂਦਾ। ਜਦੋਂ ਭਾਣੇ 'ਚ ਨਹੀਂ ਆਉਂਦਾ ਉਦੋਂ ਚੋਟਾਂ ਖਾਂਦਾ, ਭਾਣੇ 'ਚ ਆਉਂਦਾ ਤੇ ਉਹ ਫਿਰ ਸੁੱਖ ਪਾਉਂਦਾ, ਆਨੰਦ 'ਚ ਰਹਿੰਦਾ ਹੈ। ਇਹੀ ਦੱਸਿਆ ਗੁਰੂ ਅਮਰਦਾਸ ਜੀ ਨੇ।
ਅਮਰਦਾਸ ਮਹਾਰਾਜ ਨੂੰ ਲੋਕ ਅਮਰੂ ਕਹਿੰਦੇ ਹੁੰਦੇ ਸੀ, ਕਮਲਾ ਅਮਰੂ, ਜਦੋਂ ਬੰਦਗੀ ਕਰਦੇ ਸੀ, ਪਰ ਉਹਨਾਂ ਛੱਡੀ ਨਹੀਂ ਤੇ ਅਮਰਦਾਸ ਬਣੇ, ਤੀਸਰੇ ਗੁਰੂ ਨਾਨਕ ਬਣੇ। ਸੋ ਚੰਗੇ ਕੰਮ ਜਦੋਂ ਕਰੀਏ, ਭਾਵੇਂ ਲੋਕ ਹੱਸੀ ਜਾਣ, ਉਹਨਾਂ ਨੂੰ ਨਾ ਛੱਡੋ। ਬੁਰਾ ਕੰਮ ਕਦੇ ਵੀ ਭੁੱਲ ਕੇ ਨਾ ਕਰੋ। ਮਤ ਸ਼ਰਮਿੰਦਾ ਥੀਵ ਹੀ ਸਾਈਂ ਦੇ ਦਰਬਾਰ, ਫਰੀਦਾ ਜਿੰਨੀ ਕਮੀ ਨਾਹੇ ਗੁਣ, ਜਿਹੜੇ ਕੰਮਾਂ 'ਚ ਗੁਣ ਨਹੀਂ, ਮਾੜੀਆਂ ਆਦਤਾਂ ਨੇ, ਉਹਨਾਂ ਨੂੰ ਵਿਸਾਰ ਦਿਓ। ਮਤ ਸ਼ਰਮਿੰਦਾ ਥੀਵ ਹੀ ਸਾਈਂ ਦੇ ਦਰਬਾਰ। ਇਹੋ ਜਿਹੇ ਕੰਮ ਨਾ ਕਰੋ ਕਿ ਤੁਹਾਨੂੰ ਗੁਰੂ ਅੱਗੇ ਸ਼ਰਮਿੰਦਾ ਹੋਣਾ ਪਵੇ, ਪਰਮਾਤਮਾ ਦੇ ਦਰਬਾਰ ਵਿੱਚ ਲਾਹਨਤ ਮਿਲੇ। ਭੁੱਲ ਕੇ ਵੀ ਮਾੜੇ ਕੰਮ ਨਾ ਕਰੋ, ਚੰਗੇ ਕੰਮ ਸਦਾ ਕਰੀਏ। ਸੁਭਾਅ ਨੂੰ ਚੰਗਾ ਬਣਾਈਏ। ਰੰਗ ਰੂਪ ਤਾਂ ਢਾਲੀ ਜਾਣਾ, ਸੁਭਾਅ ਸਾਡਾ ਚੇਤੇ ਰੱਖਣਗੇ ਲੋਕ। ਸੁਭਾਅ ਨੂੰ ਸੋਹਣਾ ਬਣਾਓ, ਮਿੱਠੇ ਬਣੋ, ਮਿੱਠ ਬੋਲੜੇ ਬਣੋ। ਇੰਨੀਆਂ ਕੁ ਬੇਨਤੀਆਂ ਆਪ ਜੀ ਸਵੀਕਾਰ ਕਰੋ। ਗੁਰੂ ਮਹਾਰਾਜ ਕੀ ਜੋ ਸ਼ਾਨ ਹੈ ਬੜੀ ਉੱਚੀ ਹੈ, ਬੜੀ ਸੁੱਚੀ ਹੈ। ਬੋਲਦਿਆਂ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸਾਧ ਸੰਗਤ, ਸਤਿਗੁਰੂ ਜੀ ਸਾਨੂੰ ਬਖਸ਼ ਲੈਣ। ਆਓ ਆਪਾਂ ਪਿਆਰ ਦੇ ਨਾਲ ਵਾਹਿਗੁਰੂ ਕਹੀਏ, ਉਸ ਅਕਾਲ ਪੁਰਖ ਨੂੰ ਚੇਤੇ ਕਰੀਏ ਜੀ। ਵਾਹਿਗੁਰੂ ਦੇਹੋ ਸੱਜਣ ਅਸੀਂ ਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਕਹਿ ਅਰਦਾਸ।